ਹੈਲੋ ਗਾਇਜ਼, ਅੱਜ ਆਪਾਂ ਅਗਲੇ 50 ਕੁਐਸਚਨ ਨੂੰ ਹੱਲ ਕਰਾਂਗੇ ਜਿਹੜੇ ਕਿ ਹੋਣਗੇ 101 ਤੋਂ ਲੈ ਕੇ 150 ਤੱਕ। ਜਿਸ ਨੇ ਮੇਰੀਆਂ ਪਹਿਲੀ ਵਾਰੀ ਵੀਡੀਓ ਨਹੀਂ ਵੇਖੀਆਂ ਉਹ ਪਹਿਲੀਆਂ ਵਾਲੀਆਂ ਵੀਡੀਓ ਵੇਖ ਸਕਦਾ ਹੈਗਾ। ਭਾਰਤ ਦਾ ਭੂਕੰਪ ਰਹਿਤ ਖੇਤਰ ਕਿਸ ਨੂੰ ਕਿਹਾ ਜਾਂਦਾ ਹੈ? ਦੱਖਣੀ ਭਾਰਤ। ਆਪਾਂ ਜਾਣਦੇ ਹਾਂ ਕਿ ਪਿੱਛੇ ਵੀ ਬਹੁਤ ਵਾਰ ਕੁਐਸਚਨ ਆ ਚੁੱਕਿਆ ਹੈ ਕਿ ਭਾਰਤ ਨੂੰ ਅਰਥਕਵੇਕ ਏਰੀਆ ਨੂੰ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ। ਜ਼ੋਨ 2, ਜ਼ੋਨ 3, ਜ਼ੋਨ 4 ਅਤੇ ਜ਼ੋਨ 5 ਦੇ ਵਿੱਚ। ਜ਼ੋਨ 5 ਦੇ ਵਿੱਚ ਆਉਣ ਵਾਲੇ ਇਲਾਕੇ ਹੈਗੇ ਆ ਉਹ ਹੈ ਹਿਮਾਲਿਆ ਪਰਬਤ ਅਤੇ ਰਨ ਆਫ ਕੱਛ ਦੇ ਕੁਛ ਇਲਾਕਾ। ਬਿਹਾਰ ਦਾ ਦੁੱਖ ਕਿਹੜੀ ਨਦੀ ਨੂੰ ਕਿਹਾ ਜਾਂਦਾ ਹੈਗਾ? ਇਹ ਹੈ ਜੀ ਕੋਸੀ ਨਦੀ। ਭਾਰੀ ਵਰਖਾ ਦੇ ਕਾਰਨ ਇਸ ਬਿਹਾਰ ਦੇ ਵਿੱਚ ਬਹੁਤ ਸਾਰੇ ਹੜ੍ਹ ਆਉਂਦੇ ਹਨ, ਜਿਸ ਕਾਰਨ ਇਸ ਨੂੰ ਬਿਹਾਰ ਦਾ ਲਗਭਗ 21,000 ਵਰਗ ਕਿਲੋਮੀਟਰ ਖੇਤਰ ਹੈ ਜਿਹੜਾ ਇਸ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਇਸ ਨੂੰ ਬਿਹਾਰ ਦਾ ਦੁੱਖ ਮੰਨਿਆ ਜਾਂਦਾ ਹੈ। ਅਤੇ ਉੜੀਸਾ ਦਾ ਦੁੱਖ ਕਿਸ ਨੂੰ? ਬਾਮਣੀ ਨਦੀ ਨੂੰ। ਬੰਗਾਲ ਦਾ ਦੁੱਖ ਹੈਗਾ ਦਮੋਦਰ ਨਦੀ ਨੂੰ। ਅਤੇ ਚੀਨ ਦਾ ਦੁੱਖ ਹੈਗਾ ਹਵਾਂਗ ਨਦੀ ਨੂੰ ਜੀ। ਬਦਾਮ, ਅਖਰੋਟ ਆਦਿ ਦੇ ਦਰਖਤ ਕਿਸ ਤਰ੍ਹਾਂ ਦੇ ਜੰਗਲ ਵਿੱਚ ਪਾਏ ਜਾਂਦੇ ਹਨ? ਇਹ ਹੈ ਜੀ ਪਰਬਤੀ ਜੰਗਲਾਂ ਦੇ ਵਿੱਚ ਹੀ। ਸਹਾਇਕ ਸੰਧੀ ਦਾ ਸੰਸਥਾਪਕ ਕੌਣ ਸੀ? ਇਸ ਦਾ ਆਨਸਰ ਹੈ ਲਾਰਡ ਵੈਲਜ਼ਲੀ। ਸਹਾਇਕ ਸੰਧੀ ਕੀ ਹੈ? ਸਹਾਇਕ ਸੰਧੀ ਉਹ ਹੈ ਸਾਮਰਾਜੀ ਨੀਤੀ ਅਪਣਾਉਣ ਵਾਸਤੇ ਫਰਾਂਸਿਸ ਕੰਪਨੀ ਨੂੰ ਭਾਰਤ ਵਿੱਚੋਂ ਖਤਮ ਕਰਨ ਦੇ ਲਈ ਦੇਸੀ ਰਿਆਸਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਾਇਕ ਸੰਧੀ ਪ੍ਰਣਾਲੀ ਲਾਗੂ ਕੀਤੀ ਗਈ। ਦੇਸੀ ਰਿਆਸਤਾਂ ਦੇ ਨਾਲ ਇਹ ਸੰਧੀ ਕਰ ਦਿੱਤੀ ਗਈ ਕਿ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਅੰਗਰੇਜ਼ਾਂ ਦੀ ਹੋਏਗੀ, ਅਤੇ ਇਸ ਲਈ ਹੁਣ ਉਹ ਅੰਗਰੇਜ਼ ਸੈਨਾ ਰੱਖਣ ਲੱਗ ਪਏ ਅਤੇ ਜਿਸ ਦਾ ਸਾਰਾ ਖਰਚ ਰਿਆਸਤ ਨੂੰ ਦੇਣਾ ਪੈਂਦਾ ਸੀ। ਅਤੇ ਸਭ ਤੋਂ ਪਹਿਲਾਂ ਹੈਦਰਾਬਾਦ ਦਾ ਨਿਜ਼ਾਮ ਨੇ 1798 ਦੇ ਵਿੱਚ ਵੈਲਰੀ ਅਤੇ ਕਟਪਾ ਦੇ ਖੇਤਰਾਂ ਦੇ ਇਹ ਸਹਾਇਕ ਸੰਧੀ ਸਵੀਕਾਰ ਕੀਤੀ ਗਈ। ਅਵਧ ਦੇ ਨਵਾਬ ਨੇ 1801 ਦੇ ਵਿੱਚ ਅਤੇ ਗੋਰਖਪੁਰ ਅਤੇ ਰੇਲਖੰਡ ਗੰਗਾ ਜਮਨਾ ਦੇ ਅੱਧਾ ਇਲਾਕਾ ਤੰਜੌਰ ਨੇ 1799 ਦੇ ਵਿੱਚ, ਸੂਰਤ ਨੇ 1800 ਦੇ ਵਿੱਚ, ਕਰਨਾਟਕਾ ਨੇ 1801 ਦੇ ਵਿੱਚ ਅਤੇ ਮੇਰਠ ਨੇ 1802 ਦੇ ਵਿੱਚ ਹੀ। ਮੈਸੂਰ ਨੇ ਇਹ ਸੰਧੀ ਸਵੀਕਾਰ ਕੀਤੀ। ਅੱਗੋਂ ਮਿਲਾਨ ਚਿੰਨ੍ਹ ਆਪਾਂ ਕਰਨੇ ਹੈ ਕਿਨੇ। ਜਲੋੜ ਮਿੱਟੀ ਪੂਰੇ ਭਾਰਤ ਦੇ ਵਿੱਚ ਇਹ ਹੈ 45%। ਕਾਲੀ ਮਿੱਟੀ ਹੈਗੀ 16%। ਪੂਰੇ ਭਾਰਤ ਦੇ ਵਿੱਚ ਲਾਲ ਮਿੱਟੀ ਹੈਗੀ ਹੈ 10%। ਅਤੇ ਲੈਟਰਾਈਟ ਮਿੱਟੀ 7.5% ਏਰੀਆ ਕਵਰ ਕਰਦੀ ਹੈ। ਜਲੋੜ ਮਿੱਟੀ ਨੂੰ ਦਰਿਆਈ, ਤਰਾਈ ਅਤੇ ਤਟਵਰਤੀ ਡੈਲਟਾਈ, ਦਮੋਦਰ, ਬਾਗਰ ਦੇ ਖੇਤਰ ਦੀ ਮਿੱਟੀ ਵੀ ਕਿਹਾ ਜਾਂਦਾ ਹੈਗਾ। ਪਰਬਤੀ ਮਿੱਟੀ ਚਾਹ ਦੀ ਮਿੱਟੀ ਵੀ ਕਿਹਾ ਜਾਂਦਾ ਹੈ ਅਤੇ ਜਲੋੜ ਦੀ ਮਿੱਟੀ ਦੋਮਟ ਮਿੱਟੀ ਨੂੰ ਪੰਜਾਬ ਵਿੱਚ ਖਾਦਰ ਮਿੱਟੀ ਕਿਹਾ ਜਾਂਦਾ ਹੈ। ਖੂਹਾਂ ਵਾਲੀ ਮਿੱਟੀ ਨੂੰ ਚਾਹੀ ਮਿੱਟੀ ਵੀ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਮਾਰਤਲੀ ਮਿੱਟੀ ਨੂੰ ਸਿਰੋਜ਼ਮ ਮਿੱਟੀ ਵੀ ਕਿਹਾ ਜਾਂਦਾ ਹੈ। ਖਾਰੀ ਮਿੱਟੀ ਜਾਂ ਤੇਜ਼ਾਬੀ ਮਿੱਟੀ ਨੂੰ ਕਲਰ, ਰੇ ਅਤੇ ਔੜ ਮਿੱਟੀ ਵੀ ਕਿਹਾ ਜਾਂਦਾ ਹੈ। ਵਿਸ਼ਵ ਦੀਆਂ ਪ੍ਰਸਿੱਧ ਅਤੇ ਸੰਬੰਧਿਤ ਸਥਾਨ ਹੈਗੇ ਆ ਪਣਜੋਲ ਮਿੱਟੀ ਉੱਤਰੀ ਧਰੁਵ, ਸਪੋਡੋਸੋਲ ਮਿੱਟੀ ਟੈਗਾ ਖੇਤਰਾਂ ਵਿੱਚ, ਮੋਲੀਸੋਲ ਮਿੱਟੀ ਦੁਨੀਆ ਦੀ ਸਭ ਤੋਂ ਉਪਜਾਊ ਮਿੱਟੀ ਮੰਨੀ ਜਾਂਦੀ ਹੈ। ਐਡੀਰੋਸੋਲ ਮਿੱਟੀ ਇਹ ਹੈਗਾ ਰੇਗਿਸਤਾਨ ਖੇਤਰਾਂ ਦੇ ਵਿੱਚ ਮਿੱਟੀ। ਐਸਪੀਟੀਸੋਲ ਮਿੱਟੀ ਟੂਂਡਰਾ ਪ੍ਰਦੇਸ਼ ਖੇਤਰਾਂ ਦੇ ਵਿੱਚ ਹੀ। ਸ਼ਿਲਾਲੇਖ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈਗਾ? ਇਸ ਨੂੰ ਕਿਹਾ ਜਾਂਦਾ ਹੈਗਾ ਐਪੀਗ੍ਰਾਫੀ। ਭਾਰਤ ਦਾ ਸਭ ਤੋਂ ਵੱਧ ਕਣਕ ਉਤਪਾਦਨ ਕਰਨ ਵਾਲਾ ਕਿਹੜਾ ਰਾਜ ਹੈ? ਉਹ ਹੈ ਜੀ ਉੱਤਰ ਪ੍ਰਦੇਸ਼। ਆਪਾਂ ਅੱਗੇ ਇਲਾਕੇ ਵੇਖ ਸਕਦੇ ਹੈਗੇ ਆ ਕਿਹੜੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ। ਮਿੱਟੀ ਨਹੀਂ, ਕਿਹੜਾ ਇਲਾਕਾ ਕਿਸ ਤਰ੍ਹਾਂ ਦੇ ਫਸਲ ਪੈਦਾ ਕਰਨ ਦੇ ਵਿੱਚ ਸਭ ਤੋਂ ਪਹਿਲੇ ਸਥਾਨ 'ਤੇ ਆਉਂਦੇ ਨੇ। ਕਪਾਹ ਮਹਾਰਾਸ਼ਟਰ, ਚਾਵਲ ਪੱਛਮੀ ਬੰਗਾਲ, ਤਿਲਹਨ ਗੁਜਰਾਤ, ਗੰਨਾ ਉੱਤਰ ਪ੍ਰਦੇਸ਼, ਚਾਹ ਅਸਮ ਦੇ ਵਿੱਚ ਹੀ, ਕੌਫੀ ਕਰਨਾਟਕਾ, ਰਬੜ ਕੇਰਲਾ ਦੇ ਵਿੱਚ, ਪਟਸਨ ਪੱਛਮੀ ਬੰਗਾਲ, ਕਣਕ ਉੱਤਰ ਪ੍ਰਦੇਸ਼ ਵਿੱਚ। ਤੰਬਾਕੂ ਆਂਧਰਾ ਪ੍ਰਦੇਸ਼ ਵਿੱਚ,
ਮੱਕੀ ਇਹ ਵੀ ਆਂਧਰਾ ਪ੍ਰਦੇਸ਼ ਵਿੱਚ। ਦਾਲਾਂ ਮਹਾਰਾਸ਼ਟਰ ਦੇ ਵਿੱਚ। ਸਰੋਂ ਇਹ ਰਾਜਸਥਾਨ ਦੇ ਵਿੱਚ ਹੈ ਜੀ। ਸੂਰਜਮੁਖੀ ਕਰਨਾਟਕਾ ਦੇ ਵਿੱਚ ਅਤੇ ਮੂੰਗਫਲੀ ਗੁਜਰਾਤ ਦੇ ਵਿੱਚ। ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈਗਾ 12 ਜਨਵਰੀ ਨੂੰ। ਭਾਰਤੀ ਵਿਗਿਆਨੀ ਡਾਕਟਰ ਸੀ.ਵੀ. ਰਮਨ ਦੇ ਜਨਮ ਦਿਨ 'ਤੇ ਇਹ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਡਾਕਟਰ ਸੀ.ਵੀ. ਰਮਨ ਨੂੰ 1930 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਡਾਕਟਰ ਸੀ.ਵੀ. ਰਮਨ ਦੀ ਖੋਜ ਨੂੰ ਰਮਨ ਪ੍ਰਭਾਵ ਵੀ ਕਿਹਾ ਜਾਂਦਾ ਹੈ। ਰਵਿੰਦਰਨਾਥ ਟੈਗੋਰ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੂੰ 1913 ਵਿੱਚ ਨੋਬਲ ਪੁਰਸਕਾਰ ਗੀਤਾਂਜਲੀ ਲਈ ਦਿੱਤਾ ਗਿਆ। ਹੁਣ ਤੱਕ ਕੁੱਲ 8 ਵਿਅਕਤੀਆਂ ਨੂੰ ਇਹ ਇਨਾਮ ਵਜੋਂ ਮਿਲ ਚੁੱਕਿਆ ਹੈ ਨੋਬਲ ਪੁਰਸਕਾਰ। ਵਾਈਟ ਗੁੱਡ ਦੇ ਅੰਤਰਗਤ ਕਿਹੜੀ ਵਸਤੂ ਆਉਂਦੀ ਹੈ? ਇਹ ਹੈ ਸਾਰੀਆਂ ਦੀਆਂ ਸਾਰੀਆਂ ਉੱਪਰ ਵਾਲੀਆਂ ਜੋ ਵੀ ਦਿੱਤੀਆਂ ਹੋਈਆਂ ਜੀ। ਵਾਈਟ ਗੁੱਡਸ ਦੇ ਅੰਤਰਗਤ ਸਾਰੀਆਂ ਵਸਤੂਆਂ ਪ੍ਰਦਰਸ਼ਨ ਭਾਗ ਦੇ ਵਿੱਚ ਖਰੀਦੀਆਂ ਗਈਆਂ ਵਸਤੂਆਂ ਹੁੰਦੀਆਂ ਹਨ। ਮਨੁੱਖ ਦੇ ਵਿਗਿਆਨਿਕ ਨਾਂ ਕੀ ਹੈ? ਇਸ ਦਾ ਨਾਮ ਹੈਗਾ ਹੈਮੋਸਪੇਨਿਸ। ਐਥਰੋਪੋਲੋਜੀ ਮਨੁੱਖ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ। ਪ੍ਰਿਥਵੀ 'ਤੇ ਸ਼ੁੱਧ ਜਲ ਕਿੰਨੇ ਪ੍ਰਤੀਸ਼ਤ ਹੈ? ਇਸ ਦਾ ਆਨਸਰ ਹੈ 2.5%। ਮੱਧਕਾਲੀ ਭਾਰਤ ਦੇ ਪ੍ਰਯੋਗ ਹੋਣ ਵਾਲੇ ਸ਼ਬਦ ਨਸਤਾਲਿਕਾ ਕੀ ਸੀ? ਇਹ ਇੱਕ ਤਰ੍ਹਾਂ ਦੀ ਫਾਰਸੀ ਲਿਪੀ ਹੈ। ਅਕਬਰ ਨੂੰ ਨਸਤਾਲਿਕਾ ਲਿਪੀ ਬਹੁਤ ਪਸੰਦ ਸੀ। ਫਾਰਸੀ ਦੀਆਂ 8 ਲਿਪੀਆਂ ਵਿੱਚੋਂ ਇੱਕ ਲਿਪੀ ਮੰਨੀ ਦੀ ਹੈ ਅਤੇ ਅਕਬਰ ਦੇ ਦਰਬਾਰ ਦੇ ਵਿੱਚ ਮੁਹੰਮਦ ਹੁਸੈਨ ਇਸ ਦਾ ਇੱਕ ਲੇਖਕ ਮੌਜੂਦ ਸੀ। ਭਾਰਤ ਨੂੰ ਊਸ਼ਣ ਕਟਬੰਧੀ ਅਤੇ ਉਪ ਊਸ਼ਣ ਕਟਬੰਧੀ ਵਿੱਚ ਵੰਡਣ ਵਾਲੀ ਸਮਤਾਪ ਰੇਖਾ ਕਿਹੜੀ ਹੈ? ਇਹ ਹੈ ਜੀ 18 ਡਿਗਰੀ। ਜਨਵਰੀ ਦੀ ਸਮਤਾਪ ਰੇਖਾ ਕਰਕ ਰੇਖਾ ਦੇ ਹੇਠਾਂ ਗੁਜ਼ਰਦੀ ਹੈ। ਇਹਨਾਂ ਦੋਨਾਂ ਨੂੰ ਵੰਡਣ ਦਾ ਆਧਾਰ ਮੰਨਿਆ ਜਾਂਦਾ ਹੈ। ਸਮਤਾਪ ਰੇਖਾ ਤਾਪਤੀ ਨਦੀ ਦੇ ਮੁਹਾਨੇ ਨੂੰ ਮਹਾਨਦੀ ਦੇ ਡੈਲਟੇ ਨਾਲ ਜੋੜਦੀ ਹੈ। ਭਾਰਤ ਦਾ ਪਹਿਲਾ ਉਪਗ੍ਰਹਿ, ਇਹ ਆਨਸਰ ਹੈ ਜੀ ਆਰਿਆਭੱਟ। 19 ਅਪ੍ਰੈਲ 1975 ਦੇ ਵਿੱਚ ਰੂਸ ਤੋਂ ਆਰਿਆਭੱਟ ਨਾਮਕ ਭਾਰਤ ਦਾ ਪਹਿਲਾ ਉਪਗ੍ਰਹਿ ਛੱਡਿਆ ਗਿਆ ਸੀ। ਇਸ ਦਾ ਨਿਰਮਾਣ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸਰੋ, ਜਿਸ ਦਾ ਮੁੱਖ ਦਫ਼ਤਰ ਬੰਗਲੌਰ ਦੇ ਵਿੱਚ ਹੈ। ਪੋਲਾਰਡ ਵਿੱਚ ਸਭ ਤੋਂ ਪਹਿਲਾਂ ਲਾਇਕਾ ਨਾਂ ਦੀ ਕੁੱਤੀ ਛੱਡੀ ਗਈ। ਰਾਕੇਸ਼ ਸ਼ਰਮਾ ਪੰਜਾਬ ਦੇ ਪਹਿਲੇ ਪਹਿਲੇ ਭਾਰਤੀ ਸਨ ਜਿਨ੍ਹਾਂ ਨੂੰ ਪੋਲਾਂਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਅਤੇ ਤੈਰਨ ਵਾਲੇ ਵਿਅਕਤੀ ਨੂੰ ਕੀ ਹੈ? ਅਲੈਕਸੀ ਨਿਜੋਰਨਰ ਰੂਸ ਦੇ ਸਨ ਜਿਨ੍ਹਾਂ ਨੇ ਇਹ ਪਹਿਲੇ ਵਿਅਕਤੀ ਸਨ ਜੋ ਪੋਲਾਂਡ ਦੇ ਵਿੱਚ ਤੈਰਨ ਵਾਲੇ। ਸਾਲ, ਸਾਗਵਾਨ ਅਤੇ ਬਾਂਸ ਦੇ ਰੁੱਖ ਪਾਏ ਜਾਂਦੇ ਹਨ। ਇਸ ਦਾ ਆਨਸਰ ਹੈ ਊਸ਼ਣ ਪਤਝੜੀ ਬਨਸਪਤੀ ਦੇ ਵਿੱਚ। ਚੰਦਰਮਾ 'ਤੇ ਭਾਰਤ ਦਾ ਪਹਿਲਾ ਮਿਸ਼ਨ ਕਦੋਂ ਗਿਆ ਸੀਗਾ? ਇਸ ਦਾ ਆਨਸਰ ਹੈਗਾ 2008 ਦੇ ਵਿੱਚ ਹੀ। ਆਪਾਂ ਹੁਣੇ ਜਾਣਦੇ ਹਾਂ ਕਿ ਚੰਦਰਮਾਨ 2 ਲਾਂਚ ਕੀਤਾ ਗਿਆ ਸੀਗਾ ਜਿਹੜਾ ਕਿ ਅਸਫਲ ਰਿਹਾ। ਅਤੇ ਹੁਣ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਚੰਦਰਮਾਨ 3 ਦੇ ਉੱਪਰ ਕੰਮ ਕਰ ਰਹੀ ਹੈ। ਮੈਕਮੋਹਨ ਰੇਖਾ ਜੋੜਦੀ ਹੈ ਕਿਸ ਨੂੰ? ਇਹ ਹੈ ਭਾਰਤ ਅਤੇ ਚੀਨ ਨੂੰ। ਬ੍ਰਿਟਿਸ਼ ਭਾਰਤ ਅਤੇ ਚੀਨ ਵਿਚਕਾਰ 1914 ਦੇ ਵਿੱਚ ਸ਼ਿਮਲਾ ਸਮਝੌਤੇ ਤਹਿਤ ਇਹਨਾਂ ਦੋਨਾਂ ਦੇ ਵਿਚਕਾਰ ਇਹ ਸੀਮਾ ਹੋਂਦ ਵਿੱਚ ਆਈ। ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਰੈੱਡ ਕਲਿਫ ਨਾਂ ਦੀ ਰੇਖਾ ਮੌਜੂਦ ਹੈ ਜੋ 16 ਅਗਸਤ 1947 ਤੋਂ ਬਾਅਦ ਮੰਨੀ ਗਈ। ਡਰਿਊਡ ਰੇਖਾ ਦੀ ਸਥਾਪਨਾ 1893 ਵਿੱਚ ਕੀਤੀ ਗਈ। ਇਹ 1947 ਤੋਂ ਪਹਿਲਾਂ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਸੀ। ਮੈਗਿਨਟ ਰੇਖਾ ਇਹ ਫਰਾਂਸ ਅਤੇ ਜਰਮਨੀ ਦੇ ਵਿਚਕਾਰ। ਅਤੇ 49 ਡਿਗਰੀ ਸਮਾਂਤਰ ਰੇਖਾ ਇਹ ਹੈਗੇ ਹੈ ਜੀ ਅਮੈਰੀਕਾ ਅਤੇ ਕੈਨੇਡਾ ਦੇ ਵਿੱਚ। ਅਤੇ 20ਵੀਂ ਸਮਾਂਤਰ ਰੇਖਾ ਹੈਗੀ ਅਕਸ਼ਾਂਸ਼ ਪਾਕਿਸਤਾਨ ਦੁਆਰਾ ਭਾਰਤ ਦੀ ਸੀਮਾ ਮੰਨੀ ਦੀ ਹੈ ਪਰ ਇਸ ਨੂੰ ਭਾਰਤ ਮਨਜ਼ੂਰ ਨਹੀਂ ਕਰਦਾ। 38 ਡਿਗਰੀ ਸਮਾਂਤਰ ਅਕਸ਼ਾਂਸ਼ ਇਹ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿਚਕਾਰ ਹੈ। 70 ਡਿਗਰੀ ਸਮਾਂਤਰ ਇਹ ਉੱਤਰੀ ਵੀਅਤਨਾਮ ਅਤੇ ਦੱਖਣੀ ਵੀਅਤਨਾਮ ਦੇ ਵਿਚਕਾਰ ਹੈ।
यूएनओ डे कदों मनाया जाता है? ये है 24 अक्तूबर ਨੂੰ। 24 अक्तूबर 1945 ਨੂੰ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਜਨਮ ਦਿਨ ਮੰਨਿਆ ਜਾਂਦਾ ਹੈ ਅਤੇ 1948 ਦੇ ਵਿੱਚ ਇਸ ਦਾ ਜਨਮ ਦਿਨ ਹਰ ਸਾਲ ਤੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਸੰਯੁਕਤ ਰਾਸ਼ਟਰ ਸੰਘ ਦੀ ਮਾਨਤਾ ਪ੍ਰਾਪਤ ਭਾਸ਼ਾ ਕਿਹੜੀ ਹੈ? ਇਹ ਉਪਰੋਕਤ ਸਾਰੀਆਂ ਹਨ। ਅੰਗਰੇਜ਼ੀ, ਸਪੈਨਿਸ਼, ਅਰਬੀ, ਫਰੈਂਚ, ਚੀਨੀ, ਰੂਸੀ। 6 ਭਾਸ਼ਾਵਾਂ ਨੂੰ ਦਫ਼ਤਰੀ ਭਾਸ਼ਾ ਮੰਨਿਆ ਜਾਂਦਾ ਹੈਗਾ। ਸੁਭਾਸ਼ ਚੰਦਰ ਬੋਸ ਕਿਸ ਤਰ੍ਹਾਂ ਦੇ ਕਿਸ ਨੂੰ ਹਰਾ ਕੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਧਿਅਕਸ਼ ਬਣੇ ਸਨ? ਇਹ ਹੈ ਪਟਭਾਈ ਸੀਤਾਰਮਈਆ। ਇਹ ਪੱਟਾਭਾਈ ਸੀਤਾਰਮਈਆ ਨੂੰ ਹਰਾ ਕੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਧਿਅਕਸ਼ ਬਣੇ। 1939 ਨੂੰ ਤ੍ਰਿਪੁਰੀ ਕਾਂਗਰਸ ਅਧਿਐਕਸ਼ਨ ਦੇ ਵਿੱਚ ਮਹਾਤਮਾ ਗਾਂਧੀ ਦੇ ਕੱਟੜ ਸਮਰਥਕ ਪੱਟਾਭਾਈ ਸੀਤਾਰਮਈਆ ਨੂੰ ਹਰਾ ਕੇ ਸੁਭਾਸ਼ ਚੰਦਰ ਬੋਸ ਕਾਂਗਰਸ ਦੇ ਅਧਿਅਕਸ਼ ਚੁਣੇ ਗਏ, ਪਰ ਇਸ ਹਾਰ ਨੂੰ ਮਹਾਤਮਾ ਗਾਂਧੀ ਨੇ ਆਪਣੀ ਹਾਰ ਮੰਨਿਆ। ਇਸ ਕਾਰਨ ਦੋਨਾਂ ਵਿੱਚ ਮਤਭੇਦ ਹੋਣ ਦੇ ਕਾਰਨ ਸੁਭਾਸ਼ ਚੰਦਰ ਬੋਸ ਨੇ ਆਪਣਾ ਤਿਆਗ ਪੱਤਰ ਦੇ ਦਿੱਤਾ ਅਤੇ ਜਿਸ ਤੋਂ ਬਾਅਦ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਅਧਿਅਕਸ਼ ਚੁਣ ਲਿਆ ਗਿਆ। ਭਾਰਤ ਦਾ ਪਹਿਲਾ ਅਖਬਾਰ ਬੰਗਾਲ ਗਜ਼ਟ। ਇਹ ਜੇਮਸ ਹੈਕੀ ਦੁਆਰਾ 1780 ਦੇ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ ਗਿਆ। ਇਹ ਅੰਗਰੇਜ਼ੀ ਭਾਸ਼ਾ ਦਾ ਪਹਿਲਾ ਅਖਬਾਰ ਸੀ। ਇਸ ਤੋਂ ਬਾਅਦ 1826 ਦੇ ਵਿੱਚ ਪਹਿਲਾ ਹਿੰਦੀ ਅਖਬਾਰ ਉਡਮਨ ਮਾਰਕੰਡ, ਜੋ ਕਿ ਕਲਕੱਤਾ ਤੋਂ ਸ਼੍ਰੀਧਰ ਸ਼ੁਕਲਾ ਦੁਆਰਾ ਪ੍ਰਸਾਰਿਤ ਕੀਤਾ ਗਿਆ। ਪਹਿਲਾ ਪੰਜਾਬੀ ਅਖਬਾਰ ਦੀ ਗੱਲ ਕਰੀਏ ਤਾਂ 1880 ਦੇ ਵਿੱਚ ਗੁਰਮੁਖੀ, ਜਿਸ ਨੂੰ ਸਰਦਾਰ ਗੁਰਮੁਖ ਸਿੰਘ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਸੂਰਜੀ ਪਰਿਵਾਰ ਵਿੱਚ 8 ਗ੍ਰਹਿ ਹਨ। ਇਹਨਾਂ ਦੇ ਨਾਮ ਕਿਸ ਦੇ ਦੁਆਰਾ ਰੱਖੇ ਗਏ ਹਨ? ਇਹ ਹੈ ਯੂਰਪੀ ਦੇਵੀ ਦੇਵਤਿਆਂ ਦੇ ਆਧਾਰ 'ਤੇ। ਬੁੱਧ, ਸ਼ੁੱਕਰ, ਪ੍ਰਿਥਵੀ, ਮੰਗਲ, ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿਆਂ ਬਾਰੇ ਤਾਂ ਪ੍ਰਾਚੀਨ ਕਾਲ ਤੋਂ ਹੀ ਜਾਣਕਾਰੀ ਸੀ। ਬਾਕੀ ਦੇ ਗ੍ਰਹਿ ਟੈਲੀਸਕੋਪ ਦੀ ਮਦਦ ਨਾਲ ਖੋਜੇ ਗਏ ਅਤੇ ਅਰੁਣ ਗ੍ਰਹਿ ਨੂੰ ਆਧੁਨਿਕ ਗ੍ਰਹਿ ਵੀ ਮੰਨਿਆ ਜਾਂਦਾ ਅਤੇ ਪਲੂਟੋ ਨੂੰ ਹੁਣ ਗ੍ਰਹਿਆਂ ਦੀ ਕੈਟਾਗਰੀ ਤੋਂ ਬਾਹਰ ਕਰ ਦਿੱਤਾ ਗਿਆ ਹੈ, ਤੁਸੀਂ ਜਾਣਦੇ ਹੋਵੋਗੇ। ਪ੍ਰਿਥਵੀ ਸੂਰਜ ਦੁਆਰੇ ਘੁੰਮਦੀ ਹੈ। ਇਸ ਦੇ ਨਾਲ ਕੀ ਕੁਛ ਹੁੰਦਾ ਹੈਗਾ? ਉਪਰੋਕਤ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਜੀ। ਰੁੱਤਾਂ ਦੇ ਵਿੱਚ ਬਦਲਾਅ ਆਉਂਦਾ ਹੈਗਾ, ਲੀਪ ਸਾਲ ਹੁੰਦਾ ਹੈਗਾ, ਦਿਨ ਅਤੇ ਰਾਤ ਦੇ ਅਵਧੀ ਵਿੱਚ ਫਰਕ ਆ ਜਾਂਦਾ ਹੈਗਾ। ਪ੍ਰਿਥਵੀ 2 ਗਤੀਆਂ ਕਰਦੀ ਹੈ, ਜਿਸ ਤਰ੍ਹਾਂ ਇਹ ਸੂਰਜ ਹੈ। ਇਹ ਸੂਰਜ ਹੈ, ਇੱਕ ਇਸ ਦੇ ਦੁਆਲੇ ਧਰਤੀ ਚੱਕਰ ਕੱਟ ਰਹੀ ਹੈ ਅਤੇ ਧਰਤੀ ਆਪਣੀ ਧੁਰੀ ਦੇ ਉੱਪਰ ਵੀ ਘੁੰਮ ਰਹੀ ਹੈ। ਇਸ ਤਰ੍ਹਾਂ 2 ਧੁਰੀਆਂ ਹੈ। ਜਦੋਂ ਸੂਰਜ ਦੇ ਦੁਆਲੇ ਚੱਕਰ ਕੱਟ ਰਹੀ ਹੈ ਉਸ ਨੂੰ ਵਾਰਸ਼ਿਕ ਗਤੀ ਕਹਿੰਦੇ ਹਨ ਅਤੇ ਜਿਹੜੀ ਧਰਤੀ ਆਪਣੇ ਆਲੇ ਦੁਆਲੇ ਚੱਕਰ ਕੱਟ ਰਹੀ ਹੈ ਇਸ ਨੂੰ ਧਰਤੀ ਦੀ ਦੈਨਿਕ ਗਤੀ ਵੀ ਕਿਹਾ ਜਾਂਦਾ ਹੈਗਾ ਧੁਰੀ ਦੁਆਲੇ ਘੁੰਮਣ, ਅਤੇ ਜਿਸ ਦੇ ਕਾਰਨ ਦਿਨ ਅਤੇ ਰਾਤ ਬਦਲਦੇ ਹਨ। ਭਾਰਤੀ ਦੀ ਰਾਸ਼ਟਰੀ ਨਦੀ ਗੰਗਾ ਕਿਸ ਨੂੰ ਮਿਲ ਕੇ ਬਣੀ ਹੈ? ਇਹ ਭਾਗੀਰਥੀ ਨਦੀ ਅਤੇ ਅਲਕਨੰਦਾ ਨਦੀ ਨੂੰ ਮਿਲ ਕੇ ਬਣੀ ਹੈ। ਇਸ ਦਾ ਜਨਮ ਸਥਾਨ ਗੰਗੋਤਰੀ ਹੈ। ਇਹ ਸਥਾਨ ਉੱਤਰਾਖੰਡ ਵਿੱਚ ਹੈ। ਭਾਗੀਰਥੀ ਅਤੇ ਅਲਕਨੰਦਾ ਦਾ ਸੰਗਮ ਜਿੱਥੇ ਹੁੰਦਾ ਹੈਗਾ ਉਸ ਨੂੰ ਦੇਵ ਪ੍ਰਯਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਖੇਤੜੀ ਦੀਆਂ ਖਾਨਾਂ ਕਿਸ ਲਈ ਪ੍ਰਸਿੱਧ ਹਨ? ਇਸ ਦਾ ਆਨਸਰ ਹੈਗਾ ਜੀ ਤਾਂਬੇ ਲਈ। ਤਾਂਬੇ ਇਹ ਹੈਗਾ ਖੇਤੜੀ ਦੀਆਂ ਖਾਨਾਂ ਰਾਜਸਥਾਨ ਦੇ ਵਿੱਚ ਮਿਲਦੀਆਂ ਹਨ। ਸਿੱਧੂ ਘਾਟੀ ਦੀ ਕਾਲ ਦੀਆਂ ਇਹ ਖਾਨਾਂ ਮੌਜੂਦ ਹਨ। ਕਿਸ ਨੂੰ ਸੰਸਦ ਦੇ ਮੈਂਬਰਾਂ ਵਿੱਚ ਬੈਠਣ ਦੀ ਆਗਿਆ ਹੁੰਦੀ ਹੈ? ਬੋਲਣ ਅਤੇ ਮੀਟਿੰਗ ਦੇ ਵਿੱਚ ਭਾਗ ਲੈਣ ਦੀ ਆਗਿਆ ਹੁੰਦੀ ਹੈ। ਇਹ ਹੈਗਾ ਮਹਾਨਿਆਂਵਾਦੀ, ਕੰਪਟਰੋਲਰ, ਆਡੀਟਰ ਜਨਰਲ ਆਫ ਇੰਡੀਆ। ਮਹਾਨਿਆਂਵਾਦੀ ਭਾਰਤ ਦਾ ਪਹਿਲਾ ਕਾਨੂੰਨੀ ਅਧਿਆਕਸ਼ ਅਧਿਕਾਰੀ ਮੰਨਿਆ ਜਾਂਦਾ ਹੈ। ਇਸ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਸੰਸਦ ਦੀਆਂ ਬੈਠਕਾਂ ਦੇ ਵਿੱਚ ਇਹ ਭਾਗ ਲੈ ਸਕਦਾ ਹੈ ਸੰਸਦ ਵਿੱਚ, ਪਰ ਇਹ ਕੀ ਹੈ ਵੋਟ ਨਹੀਂ ਦੇ ਸਕਦਾ ਹੈਗਾ। ਅੱਜ ਦੀਆਂ ਸਾਰੀਆਂ ਅਦਾਲਤਾਂ ਦੇ ਵਿੱਚ ਸੁਣਵਾਈ ਦਾ ਅਧਿਕਾਰ ਵੀ ਹੁੰਦਾ ਹੈ। ਇਸ ਦੀ ਯੋਗਤਾ ਸਰਵਉੱਚ ਅਦਾਲਤ ਦੇ ਜੱਜ ਦੇ ਬਰਾਬਰ ਮੰਨੀ ਹੋਣੀ ਚਾਹੀਦੀ ਹੈ। ਸ਼ਾਂਕ ਮੁਨੀ ਕਿਸ ਨੂੰ ਕਿਹਾ ਜਾਂਦਾ ਹੈਗਾ? ਮਹਾਤਮਾ ਬੁੱਧ ਸ਼ਾਂਕ ਵੰਸ਼ ਦੇ ਨਾਲ ਸੰਬੰਧਿਤ ਸਨ, ਇਸ ਲਈ ਇਸ ਨੂੰ ਸ਼ਾਂਕ ਮੁਨੀ ਕਿਹਾ ਜਾਂਦਾ ਹੈ। ਹਿਊਨ-ਸਾਂਗ ਨੂੰ ਵੀ ਸ਼ਾਂਕ ਮੁਨੀ ਕਿਹਾ ਜਾਂਦਾ ਹੈਗਾ। ਭੂਚਾਲ ਨਾਲ ਹੋਏ ਨੁਕਸਾਨ ਨੂੰ ਮਾਪਣ ਦਾ ਪੈਮਾਨਾ ਕਿਹੜਾ ਹੈ?
ਇਹ ਹੈ ਮਰਕਾਲੀ। ਭੂਚਾਲ ਦੀ ਤੀਬਰਤਾ ਨੂੰ ਮਾਪਣ ਦੇ ਪੈਮਾਨੇ ਨੂੰ ਰੈਕਟਰ ਕਿਹਾ ਜਾਂਦਾ ਹੈਗਾ, ਤੇ ਇਸ ਦੇ ਭੂਚਾਲ ਦੇ ਅਧਿਐਨ ਨੂੰ ਸਿਸਮੋਗ੍ਰਾਫ ਕਿਹਾ ਜਾਂਦਾ ਹੈ। ਆਫਤ ਦੇ ਪ੍ਰਬੰਧਨ ਜਿਵੇਂ ਡਿਜ਼ਾਸਟਰ ਮੈਨੇਜਮੈਂਟ, ਇਸ ਦਾ ਕੇਂਦਰ ਕਿੱਥੇ ਹੈ? ਦਿੱਲੀ ਦੇ ਵਿੱਚ ਹੀ। ਭੂਚਾਲ ਆਉਣ ਦਾ ਕਾਰਨ ਕਿਹੜਾ ਹੈਗਾ? ਧਰਤੀ ਦੀਆਂ ਟੈਕਟੋਨਿਕ ਪਲੇਟਾਂ ਵਿੱਚ ਹਿਲਜੁਲ ਦੇ ਕਾਰਨ। ਭੂਚਾਲ ਧਰਤੀ ਦੇ ਅੰਦਰ ਭੂਚਾਲ ਤਰੰਗਾਂ ਉੱਡਦੀਆਂ ਹਨ ਤੇ ਉਸ ਦੇ ਕੇਂਦਰ ਨੂੰ ਉਦਗਮ ਕੇਂਦਰ ਕਿਹਾ ਜਾਂਦਾ ਹੈ। ਉਦਗਮ ਕੇਂਦਰ ਤੋਂ ਲੰਬਾਤਮਕ ਦਿਸ਼ਾ ਵਿੱਚ ਧਰਾਤਲ ਦੇ ਉੱਪਰ ਸਥਿਤ ਬਿੰਦੂ ਨੂੰ ਅਧਿ ਕੇਂਦਰ ਕਿਹਾ ਜਾਂਦਾ ਹੈ। ਭੂਚਾਲ ਆਉਣ ਤੋਂ ਪਹਿਲਾਂ ਵਾਯੂਮੰਡਲ ਵਿੱਚ ਰੇਡਾਸ ਗੈਸਾਂ ਦੀ ਮਾਤਰਾ ਵਧ ਜਾਂਦੀ ਹੈ। ਵੱਡੇ ਡੈਮਾਂ ਦੇ ਵਿੱਚ ਪਿੱਛੇ ਬਣੀਆਂ ਝੀਲਾਂ ਦੇ ਪਾਣੀ ਦੀ ਅਧਿਕ ਮਾਤਰਾ ਦੀ ਭੂਚਾਲ ਉਤਪਤੀ ਦੇ ਸਹਾਇਕ ਹੁੰਦੀਆਂ ਹਨ। ਸੰਸਾਰ ਦੀ ਜ਼ਿਆਦਾਤਰ ਜਵਾਲਾਮੁਖੀ ਉਤਪੰਨ ਹੁੰਦੀ ਹੈ, ਇਹ ਹੈ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਹੀ, ਜਿਸ ਨੂੰ ਰਿੰਗ ਆਫ ਫਾਇਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ। ਇਸ ਤਰ੍ਹਾਂ ਇਹ ਵਾਲਾ ਇਲਾਕਾ। ਸੰਸਾਰ ਦੇ ਭੂਚਾਲ ਜਿਹੜੇ ਹੈਗੇ 2.2/3 ਭੂਚਾਲ ਪ੍ਰਸ਼ਾਂਤ ਮਹਾਸਾਗਰ ਵਿੱਚ ਆਉਂਦੇ ਤੇ ਜਵਾਲਾਮੁਖੀ ਵੀ ਇੱਥੇ ਹੀ ਆਉਂਦੇ। ਜਵਾਲਾਮੁਖੀ ਦੀ ਗੱਲ ਕਰੀਏ ਤਾਂ 3 ਤਰ੍ਹਾਂ ਦਾ ਹੁੰਦਾ ਹੈ: ਕਿਰਿਆਸ਼ੀਲ, ਪ੍ਰਸੁਪਤ, ਬੁੱਝਿਆ ਹੋਇਆ। ਭਾਰਤ ਦਾ ਇੱਕੋ ਇੱਕ ਬੈਰਨ ਦੀਪ ਦੇ ਵਿੱਚ ਅੰਡੇਮਾਨ ਦੀਪ ਬਾਰ ਤੇ ਇੱਕ ਬੇਰਨ ਨਾਮ ਦੀਪ ਤੇ ਇੱਕ ਜਵਾਲਾਮੁਖੀ ਹੈ ਜੋ ਇੱਕ ਵਾਰ ਫਟਿਆ ਸੀ ਸਿਰਫ। ਇੰਡੀਪੈਂਡੈਂਸ ਲੇਬਰ ਪਾਰਟੀ ਆਫ ਇੰਡੀਆ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਇਹ ਹੈ ਡਾਕਟਰ BR ਅੰਬੇਦਕਰ। ਸਭ ਤੋਂ ਪਹਿਲਾਂ ਹਰੀਜਨ ਸ਼ਬਦ ਦੀ ਵਰਤੋਂ ਕਿਸ ਦੁਆਰਾ ਕੀਤੀ ਗਈ? ਮਹਾਤਮਾ ਗਾਂਧੀ ਦੁਆਰਾ। ਪ੍ਰਾਚੀਨ ਕਾਲ ਵਿੱਚ ਹਰੀਜਨ ਨੂੰ ਸ਼ੂਦਰ ਜਾਂ ਅਛੂਤ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ 20ਵੀਂ ਸਦੀ ਦੇ ਵਿੱਚ ਡਾਕਟਰ BR ਅੰਬੇਦਕਰ ਨੇ ਪ੍ਰੋਟੈਸਟੈਂਟ ਹਿੰਦੂ ਕਹਿਣ ਦੀ ਸ਼ੁਰੂਆਤ ਕੀਤੀ। ਬੰਗਾਲ ਸਰਕਾਰ ਦੁਆਰਾ 1936 ਦੇ ਵਿੱਚ ਇਸ ਨੂੰ ਅਨੁਸੂਚਿਤ ਜਾਤੀ ਸ਼ਬਦ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਗਿਆ। ਭਾਰਤ ਵਿੱਚ ਛਾਪਾਖਾਨਾ ਲਿਆਉਣ ਦਾ ਸਿਹਰਾ ਕਿਸ ਨੂੰ ਜਾਂਦਾ ਹੈ? ਪੁਰਤਗਾਲੀਆਂ ਨੂੰ ਜੀ। ਭਾਰਤ ਵਿੱਚ ਸਮੁੰਦਰੀ ਜਹਾਜ਼ ਬਣਾਉਣਾ ਅਤੇ ਤੰਬਾਕੂ ਤੇ ਆਲੂ ਦੀ ਖੇਤੀ ਕਰਨ ਦਾ ਸਿਹਰਾ ਵੀ ਪੁਰਤਗਾਲੀਆਂ ਨੂੰ ਜਾਂਦਾ ਹੈ। ਛਾਪੇਖਾਨੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਜਰਮਨੀ ਵਿੱਚ ਹੋਈ ਸੀ। ਭਾਰਤ ਵਿੱਚ ਛਾਪਾਖਾਨਾ ਸ਼ੁਰੂ ਕਰਨ ਦਾ ਇੱਕੋ ਇੱਕ ਮਕਸਦ ਸੀ, ਈਸਾਈ ਧਰਮ ਦਾ ਪ੍ਰਚਾਰ ਕਰਨਾ, ਨਾ ਕਿ ਕੋਈ ਹਿੰਦੂਆਂ ਦਾ ਫਾਇਦਾ ਕਰਨ ਦਾ। ਸੰਵਾਦ ਕੌਮ ਦੀ ਅਖਬਾਰ ਇਹਦੇ ਸੰਸਥਾਪਕ ਕੌਣ ਸਨ? ਰਾਜਾ ਰਾਮ ਮੋਹਨ ਰਾਏ। ਇਹ ਬੰਗਾਲੀ ਅਖਬਾਰ ਨਾਲ ਸੰਬੰਧਿਤ ਸੀ। 1821 ਵਿੱਚ ਸ਼ੁਰੂ ਕੀਤਾ ਗਿਆ। ਰਾਜਾ ਰਾਮ ਮੋਹਨ ਰਾਏ ਅਕਬਰ ਦੂਜੇ ਦੇ ਰਾਜਦੂਤ ਦੇ ਰੂਪ ਵਿੱਚ ਮੁਗਲ ਦਰਬਾਰ ਦੇ ਵਿੱਚ ਬ੍ਰਿਟਿਸ਼ ਗਏ ਸੀ ਅਤੇ ਉਹਨਾਂ ਨੂੰ ਰਾਜਾ ਦੀ ਉਪਾਧੀ ਦਿੱਤੀ ਗਈ। ਰਾਜਾ ਰਾਮ ਮੋਹਨ ਰਾਏ ਨੂੰ ਜਾਤੀ ਪ੍ਰਥਾ, ਸਤੀ ਪ੍ਰਥਾ, ਬਹੁਪਤੀ ਪਤਨੀ ਵਿਆਹ ਅਤੇ ਬਾਲ ਵਿਆਹਾਂ ਦੇ ਵਿਰੋਧ ਵਿੱਚ ਇਹਨਾਂ ਨੇ ਕੰਮ ਕੀਤੇ। ਰਾਜਾ ਰਾਮ ਮੋਹਨ ਰਾਏ ਪੂੰਜੀਵਾਦ ਅਤੇ ਪੱਛਮੀ ਸਿੱਖਿਆ ਦੇ ਸਮਰਥਕ ਸਨ। ਏਰਨ ਅਭਿਲੇਖ ਦੇ ਵਿੱਚ ਗੁਪਤ ਕਾਲ ਦੇ ਵਿੱਚ ਸਭ ਤੋਂ ਪਹਿਲਾਂ ਸਤੀ ਪ੍ਰਥਾ ਦਾ ਉਲੇਖ ਮਿਲਦਾ ਹੈ। ਸਤੀ ਪ੍ਰਥਾ ਪਤੀ ਦੀ ਮੌਤ ਤੋਂ ਬਾਅਦ ਜਿਹੜੇ ਕੀ ਆ ਉਹਨਾਂ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਸੀਗਾ। ਉਹਨਾਂ ਨੂੰ ਕੀ ਹੈ ਸਤੀ ਹੋਣਾ ਪੈਂਦਾ ਸੀ, ਜਿਹੜੇ ਜਿਨ੍ਹਾਂ ਦੇ ਪਤੀ ਦੀ ਡੈਥ ਹੋ ਜਾਂਦੀ ਸੀਗੀ। ਜੇਕਰ ਉਹ ਨਹੀਂ ਹੁੰਦੀ ਸੀ ਤਾਂ ਉਹਨਾਂ ਨੂੰ ਕੀ ਹੈ ਬਹੁਤ ਬੱਤਰ ਵਿਵਹਾਰ ਕੀਤਾ ਜਾਂਦਾ ਸੀਗਾ, ਸਮਾਜਿਕ ਬਾਈਕਾਟ ਕਰ ਦਿੱਤਾ ਜਾਂਦਾ ਸੀ। ਇਸ ਤੋਂ ਉਹ ਕੀ ਹੈ ਹਰ ਰੋਜ਼ ਮਰਨ ਦੀ ਜਗ੍ਹਾ 'ਤੇ ਇੱਕ ਵਾਰ ਹੀ ਮਰਨ ਨੂੰ ਚੰਗਾ ਸਮਝਦੀਆਂ ਸਨ। ਅਤੇ ਰਾਜਾ ਰਾਮ ਮੋਹਨ ਰਾਏ ਨੇ ਉਹਨਾਂ ਦੇ ਵੱਡੇ ਭਰਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਜਦੋਂ ਸਤੀ ਕੀਤਾ ਜਾ ਰਿਹਾ ਸੀ ਤਾਂ ਰਾਜਾ ਰਾਮ ਮੋਹਨ ਰਾਏ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਸਫਲ ਰਹੇ। ਬਾਅਦ ਵਿੱਚ ਉਹਨਾਂ ਨੇ ਇਸ ਬੁਰਾਈ ਨੂੰ ਖਤਮ ਕਰਨ ਦਾ ਨਿਸ਼ਚਾ ਕਰ ਲਿਆ ਅਤੇ 1829 ਦੇ ਵਿੱਚ ਵਿਲੀਅਮ ਬੈਂਟਿਕ ਦੀ ਸਹਾਇਤਾ ਦੇ ਨਾਲ ਇੱਕ ਕਾਨੂੰਨ ਪਾਸ ਕਰਕੇ ਉਹਨਾਂ ਨੇ ਇਸ ਸਫਲ ਹੋਏ। ਰਾਸ਼ਟਰੀ ਗੀਤ ਵੰਦੇ ਮਾਤਰਮ ਦੀ ਭਾਸ਼ਾ ਕਿਹੜੀ ਸੀ? ਇਸ ਦਾ ਆਨਸਰ ਹੈਗਾ ਜੀ ਬੰਗਾਲੀ। ਬਿਕਰਮ ਚੰਦਰ ਚੈਟਰ ਦੀ ਰਚਨਾ ਆਨੰਦ ਮਠ ਤੋਂ ਲਿਆ ਗਿਆ ਹੈ। ਪਹਿਲੀ ਵਾਰ 1896 ਦੇ ਵਿੱਚ ਕਲਕੱਤਾ ਦੇ ਵਿੱਚ ਇਸ ਨੂੰ ਪਹਿਲਾਂ ਗਾਇਆ ਗਿਆ ਸੀਗਾ ਅਤੇ ਆਨੰਦ ਮਠ ਨੂੰ ਹੀ ਬੰਗਾਲ ਦਾ ਵਰਤਮਾਨ ਬੰਗਾਲ ਪ੍ਰਦੇਸ਼ ਦੀ ਪ੍ਰੇਮ ਬਾਈਬਲ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਇਸ ਨੂੰ ਇੱਕ ਵਿਅਕਤੀ ਵੀ ਗਾ ਸਕਦਾ ਹੈ ਅਤੇ ਇਸ ਨੂੰ ਗਾਉਣ ਦਾ ਸਮਾਂ ਹੈਗਾ 1 ਮਿੰਟ 5 ਸੈਕਿੰਡ। ਅਤੇ ਰਾਸ਼ਟਰੀ ਗਾਨ ਨੂੰ ਸਭ ਤੋਂ ਪਹਿਲਾਂ 1911 ਦੇ ਵਿੱਚ ਰਾਸ਼ਟਰੀ ਕਾਂਗਰਸ ਕਲਕੱਤਾ ਦੇ ਵਿੱਚ ਗਾਇਆ ਗਿਆ ਸੀਗਾ ਅਤੇ ਇਸ ਨੂੰ ਦੂਸਰੇ ਵਿਅਕਤੀਆਂ ਦੇ ਨਾਲ ਮਿਲ ਕੇ ਗਾਇਆ ਜਾਂਦਾ ਹੈਗਾ। ਇਸ ਦਾ ਸਮਾਂ ਹੈਗਾ ਜੀ 52 ਸੈਕਿੰਡ।
ਤੇ 24 ਜਨਵਰੀ 1950 ਨੂੰ ਇਸ ਨੂੰ ਅਪਣਾ ਲਿਆ ਗਿਆ ਸੀਗਾ ਸੰਵਿਧਾਨ ਦੇ ਵਿੱਚ। ਰਾਸ਼ਟਰੀ ਗਾਨ ਸ਼ੁਰੂ ਕਰਨ ਦਾ ਸਭ ਤੋਂ ਪਹਿਲਾਂ ਜਾਂਦਾ ਹੈਗਾ ਜਾਪਾਨ ਨੂੰ। ਦੁਨੀਆ ਦਾ ਪਹਿਲਾ ਦੇਸ਼ ਸੀਗਾ ਜਿਸ ਨੇ ਰਾਸ਼ਟਰੀ ਗਾਨ ਆਪਣੇ ਦੇਸ਼ ਦਾ ਰੱਖਿਆ। ਅਤੇ ਰਵਿੰਦਰਨਾਥ ਟੈਗੋਰ ਨੇ ਭਾਰਤ ਦੇ ਬੰਗਲਾਦੇਸ਼ ਦੇ ਦੋਨਾਂ ਦੇ ਲਈ ਰਾਸ਼ਟਰੀ ਗਾਨ ਦੀ ਰਚਨਾ ਕੀਤੀ। ਭਾਰਤ ਦੇ ਕਿਹੜੇ ਦੇਸ਼ ਰਾਜ ਦੀ ਹੱਦ 3 ਦੇਸ਼ਾਂ ਦੇ ਨਾਲ ਲੱਗਦੀ ਹੈ? ਇਸ ਦਾ ਆਨਸਰ ਹੈਗਾ ਜੀ ਸਿੱਕਮ ਤੇ ਪੱਛਮੀ ਬੰਗਾਲ। ਸਿੱਕਮ ਚੀਨ, ਨੇਪਾਲ, ਭੂਟਾਨ ਨਾਲ, ਅਤੇ ਪੱਛਮੀ ਬੰਗਾਲ ਹੈਗਾ ਨੇਪਾਲ, ਭੂਟਾਨ ਤੇ ਬੰਗਲਾਦੇਸ਼ ਨਾਲ। ਜੰਮੂ ਕਸ਼ਮੀਰ ਇੱਕ ਪਾਕਿਸਤਾਨ, ਅਫਗਾਨਿਸਤਾਨ ਤੇ ਚੀਨ ਨਾਲ ਦੀਆਂ ਹੱਦਾਂ ਲੱਗਦੀਆਂ ਹਨ। ਭਾਰਤ ਦੇ ਕੁੱਲ 17 ਰਾਜ ਹੈ ਜਿਸ ਨੂੰ ਹੋਰ ਦੇਸ਼ਾਂ ਦੀਆਂ ਹੱਦਾਂ ਲੱਗਦੀਆਂ ਹੈਗੀਆਂ। ਕਿਹੜੇ ਕਿਹੜੇ? ਗੁਜਰਾਤ, ਰਾਜਸਥਾਨ, ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਸਿੱਕਿਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਤ੍ਰਿਪੁਰਾ, ਪੱਛਮੀ ਬੰਗਾਲ, ਮਿਜ਼ੋਰਮ, ਮੇਘਾਲਿਆ, ਮਨੀਪੁਰ, ਅਸਮ ਆਦਿ ਜਿਹੜੇ ਰਾਜ ਹੈ ਜੇ ਕਿਸੇ ਹੋਰ ਦੇਸ਼ ਦੀ ਬਾਉਂਡਰੀ ਸ਼ੇਅਰ ਕਰਦੇ ਹਨ। ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ ਦੇ ਚਿੱਤਰ ਕਿਸ ਨਾਲ ਸੰਬੰਧਿਤ ਹਨ? ਇਹ ਹੈਗੇ ਉਪਰੋਕਤ ਸਾਰੇ ਜੈਨ ਧਰਮ, ਬੁੱਧ ਧਰਮ, ਹਿੰਦੂ ਧਰਮ। ਅਜੰਤਾ ਤੇ ਇਹ ਮਹਾਰਾਸ਼ਟਰ ਦੇ ਵਿੱਚ ਪਾਈਆਂ ਜਾਂਦੀਆਂ 26 ਗੁਫਾਵਾਂ ਹੈਗੀਆਂ। ਦੂਜੀ ਸਦੀ ਦੇ ਵਿੱਚ 7ਵੀਂ ਸਦੀ ਤੱਕ ਇਹਨਾਂ ਦਾ ਨਿਰਮਾਣ ਕਰਵਾ ਦਿੱਤਾ ਗਿਆ ਸੀਗਾ। ਇਹਨਾਂ ਗੁਫਾਵਾਂ ਵਿੱਚ ਬੁੱਧ ਧਰਮ ਦੇ ਗ੍ਰੰਥ, ਜਾਤਕ ਕਥਾਵਾਂ ਤੇ ਮਾਤਾ ਬੁੱਧ ਨਾਲ ਸੰਬੰਧਿਤ ਪਿਕਚਰਾਂ ਛਪੀਆਂ ਹੋਈਆਂ ਹਨ। ਘਰ ਤਿਆਗ, ਬੁੱਧ ਨਿਰਵਾਣ, ਸ਼ਿਕਾਰ ਦਾ ਪਿਕਚਰ ਬਣੀ ਹੋਈ ਹੈ। ਐਲੋਰਾ ਮਹਾਰਾਸ਼ਟਰ ਦੀਆਂ ਕੁੱਲ 34 ਗੁਫਾਵਾਂ ਹਨ। ਅਤੇ ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਫਸਟ ਨੇ 8ਵੀਂ ਸਦੀ ਦੇ ਵਿੱਚ ਇਹਨਾਂ ਨੂੰ ਪਹਾੜੀ ਨੂੰ ਕੱਟ ਕੇ ਬਣਾਇਆ ਸੀ। ਮਾਤਾ ਬੁੱਧ ਅਤੇ ਹਿੰਦੂ ਧਰਮ ਅਤੇ ਜੈਨ ਧਰਮ, ਸ਼ੈਵ ਮਤ, ਮਹਾਭਾਰਤ, ਰਾਮਾਇਣ, ਰਾਵਣ ਅਤੇ ਕੈਲਾਸ਼ ਪਰਬਤ, ਦੁਰਗਾ, ਵਿਸ਼ਨੂੰ ਅਤੇ ਲక్ష్ਮੀ ਆਦਿ ਦੇ ਪਿਕਚਰਾਂ ਮੌਜੂਦ ਹਨ। ਅਕਬਰ ਨੇ ਬੁਲੰਦ ਦਰਵਾਜ਼ਾ ਕਿਹੜੇ ਪ੍ਰਦੇਸ਼ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਬਣਾਇਆ ਸੀ? ਇਹ ਹੈ ਜੀ ਗੁਜਰਾਤ। 1601 ਦੇ ਵਿੱਚ ਗੁਜਰਾਤ ਅਤੇ ਉੱਤਰ ਪ੍ਰਦੇਸ਼ ਨੂੰ ਜਿੱਤਣ ਦੀ ਖੁਸ਼ੀ ਦੇ ਵਿੱਚ ਫਤਿਹਪੁਰ ਸਿਕਰੀ ਦੇ ਵਿਖੇ ਇਸ ਦਾ ਨਿਰਮਾਣ ਕਰਵਾਇਆ ਗਿਆ। ਇਹ 54 ਮੀਟਰ ਉੱਚੀ ਹੈ। ਗੇਟ ਆਫ ਮੈਗਨੀਫੈਂਸ ਵੀ ਕਿਹਾ ਜਾਂਦਾ ਹੈ। ਬੁਲੰਦ ਦਰਵਾਜ਼ਾ ਫਾਰਸੀ ਸ਼ੈਲੀ ਵਿੱਚ ਬਣਿਆ ਹੋਇਆ ਹੈ। ਭਾਰਤ ਦੀ ਸਭ ਤੋਂ ਵੱਡੀ ਜਨਜਾਤੀ ਕਿਹੜੀ ਹੈ? ਭਾਰਤ ਵਿੱਚ ਸਭ ਤੋਂ ਵੱਧ ਜਿਹੜੀ ਵੱਡੀ ਜਨਜਾਤੀ ਪਾਈ ਜਾਂਦੀ ਹੈ ਕਿਹੜੀ ਹੈ? ਗੌਂਡ। ਗੁਜਰਾਤ ਦੇ ਵਿੱਚ ਭੀਲ ਤੇ ਬੰਜਾਰਾ, ਮਹਾਰਾਸ਼ਟਰ ਵਿੱਚ ਗੌਂਡ ਤੇ ਕੋਲੀ, ਮੇਘਾਲਿਆ ਵਿੱਚ ਗਾਰੋ, ਖਾਂਸੀ ਤੇ ਜੰਬੀਆ। ਇਸ ਤੋਂ ਇਲਾਵਾ ਹੈਗਾ ਤਮਿਲਨਾਡੂ ਵਿੱਚ ਪੋਂਡਾ, ਮੱਧ ਪ੍ਰਦੇਸ਼ ਦੇ ਵਿੱਚ ਭੀਲ, ਮੁੰਡਾ, ਗੌਂਡ ਅਤੇ ਵੈਗਾ ਵਿਸ਼ਨੂੰ, ਝਾਰਖੰਡ ਦੇ ਵਿੱਚ ਸੰਤਾਲ, ਕੋਰਬਾ ਅਤੇ ਮੁੰਡਾ, ਉੱਤਰਾਖੰਡ ਦੇ ਵਿੱਚ ਥਾਰੂ, ਬਾਗ, ਪੌਂਟ, ਪਟਿਆ, ਖਾਸ, ਮਨੀਪੁਰ ਵਿੱਚ ਕੁਕੀ, ਨਾਗਾ, ਮੈਠੀ, ਕੇਰਲਾ। ਇਸ ਤੋਂ ਇਲਾਵਾ ਬਾਕੀ ਇੰਪੋਰਟੈਂਟ ਨਹੀਂ ਹੈ। ਆਪਾਂ ਪੰਜਾਬ ਦੇ ਵਿੱਚ ਪਹਿਲਾਂ ਮੱਧ ਕਾਲ ਦੇ ਵਿੱਚ ਖਰਲ ਨਾਮਕ ਦੀ ਕਬੀਲਾ ਰਹਿੰਦਾ ਸੀ, ਪਰ ਹੁਣ ST ਨਾਂ ਦਾ ਕੋਈ ਵੀ ਵਿਅਕਤੀ ਜਾਂ ਜਨਜਾਤੀ ਪੰਜਾਬ ਦੇ ਵਿੱਚ ਨਹੀਂ ਪਾਈ ਜਾਂਦੀ। ਮੱਧ ਪ੍ਰਦੇਸ਼ ਵਿੱਚ ਸਭ ਤੋਂ ਵੱਧ ਜਨਜਾਤੀਆਂ ਪਾਉਣ ਵਾਲਾ ਰਾਜ ਹੈ। ਮੁੰਡਾ ਜਨਜਾਤੀ ਸ਼ਬਦ ਦਾ ਅਰਥ ਹੈ ਪਿੰਡ ਦਾ ਮੁਖੀਆ। ਕਿਹੜਾ ਨਾਚ ਸਿਰਫ ਪੁਰਸ਼ ਕਲਾ ਦੇ ਲਈ ਪ੍ਰਸਿੱਧ ਹੈ? ਕਥਕਲੀ। ਭਾਰਤ ਦੇ 8 ਕਲਾਸੀਕਲ ਡਾਂਸ ਹੈ ਜਿਨ੍ਹਾਂ ਬਾਰੇ ਆਪਾਂ ਜਾਣ ਲੈਂਦੇ ਹਾਂ। ਭਾਰਤ ਨਾਟਿਆ ਇਹ ਹੈਗਾ ਤਾਮਿਲਨਾਡੂ ਦਾ, ਕੁੰਚੀਪੁੜੀ ਆਂਧਰਾ ਪ੍ਰਦੇਸ਼, ਕਥਕਲੀ ਕੇਰਲਾ, ਸੰਤਾਰਿਆ ਇਹ ਹੈਗਾ ਅਸਮ ਦਾ, ਮੋਹਿਨੀਅਟਮ ਕੇਰਲ, ਮਨੀਪੁਰੀ ਮਨੀਪੁਰ ਤੋਂ, ਉੜੀਸੀ ਉੜੀਸਾ ਤੋਂ, ਕਥਕ ਇਹ ਹੈਗਾ ਉੱਤਰ ਪ੍ਰਦੇਸ਼ ਵਿੱਚ। ਬਾਕੀ ਆਪਾਂ ਇੰਪੋਰਟੈਂਟ ਨਹੀਂ ਹੈ। ਪੰਜਾਬ ਦੇ ਬਾਰੇ ਜਾਣ ਲੈਂਦੇ ਹਾਂ ਜੀ। ਪੰਜਾਬ ਦੇ ਵਿੱਚ ਗਿੱਧਾ, ਭੰਗੜਾ, ਕਿੱਕਲੀ ਅਤੇ ਝੂਮਰ ਨਾਚ ਪੰਜਾਬ ਦੇ ਹਨ। ਇਸ ਤੋਂ ਇਲਾਵਾ ਰੰਗੋਲੀ ਮਹਾਰਾਸ਼ਟਰ ਦੀ ਗਿਣੀ ਜਾਂਦੀ ਹੈ, ਮਹਿੰਦੀ ਰਾਜਸਥਾਨ ਅਤੇ ਗੋਦਾਨਾ ਬਿਹਾਰ ਦਾ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਇਹ ਆਪਾਂ ਹੁਣ ਕੁਐਸਚਨ ਨਹੀਂ ਕਰਨਾ ਗਾ ਕਿਉਂਕਿ ਆਪਾਂ ਜਾਣਦੇ ਹਾਂ ਕਿ 370 ਧਾਰਾ ਖਤਮ ਹੋ ਚੁੱਕੀ ਹੈਗੀ ਆ, ਤਾਂ ਕੁਐਸਚਨ ਹੀ ਨਹੀਂ ਹੈਗਾ ਇਹ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਪਹਿਲੀ ਵਾਰ ਸੰਸ਼ੋਧਨ ਕਦੋਂ ਕੀਤਾ ਗਿਆ? ਅਤੇ ਇਹੀ ਆਖਰੀ ਸੰਸ਼ੋਧਨ ਸੀਗਾ ਕਿਉਂਕਿ ਇਹ
ਸਿਰਫ ਇੱਕੋ ਇੱਕ ਸੰਸ਼ੋਧਨ ਹੋਇਆ ਹੈਗਾ ਹਜੇ ਤੱਕ 1976 ਵਿੱਚ। ਭਾਰਤ ਦੀ ਪਹਿਲੀ ਬਹੁ ਉਪਦੇਸ਼ੀ ਪਰਿਯੋਜਨਾ ਦਾ ਨਿਰਮਾਣ ਕਿਹੜੀ ਨਦੀ 'ਤੇ ਕਰਵਾਇਆ ਗਿਆ? ਇਹ ਹੈ ਚੰਬਲ ਨਦੀ ਦੇ, ਸੌਰੀ ਇਹਦੇ ਵਿੱਚ ਆਨਸਰ ਹੈ ਦਮੋਦਰ ਨਦੀ। ਭਾਖੜਾ ਨੰਗਲ ਪਰਿਯੋਜਨਾ ਹੈਗਾ ਸਤਲੁਜ ਨਦੀ ਦੇ ਪੰਜਾਬ 'ਤੇ। ਹੀਰਾਕੁੰਡ ਡੈਮ ਹੈਗਾ ਇਹ ਉੜੀਸਾ ਦੇ ਵਿੱਚ। ਦਮੋਦਰ ਘਾਟੀ ਪਰਿਯੋਜਨਾ ਹੈਗੀ ਪੱਛਮੀ ਬੰਗਾਲ ਵਿੱਚ। ਚੰਬਲ ਪਰਿਯੋਜਨਾ ਹੈਗੀ ਚੰਬਲ ਨਦੀ 'ਤੇ। ਤੁੰਗਭਦਰਾ ਨਦੀ ਹੈਗੀ ਇਹ ਤੁੰਗਭਦਰਾ ਨਦੀ ਦੇ ਉੱਪਰ। ਨਾਗਾਰਜੁਨ ਪਰਿਯੋਜਨਾ ਹੈਗੀ ਹੈ ਕ੍ਰਿਸ਼ਨਾ ਆਂਧਰਾ ਪ੍ਰਦੇਸ਼ ਦੇ ਵਿੱਚ। ਕੋਸੀ ਪਰਿਯੋਜਨਾ ਹੈਗੀ ਹੈ ਕੋਸੀ ਨਦੀ, ਜਿਹੜਾ ਕਿ ਬੰਗਾਲ ਦਾ ਦੁੱਖ ਮੰਨਿਆ ਜਾਂਦਾ ਹੈਗਾ। ਹੋਰ ਆਪਾਂ ਇੰਪੋਰਟੈਂਟ ਵੇਖ ਲੈਂਦੇ ਹਾਂ। ਰਣਜੀਤ ਸਿੰਘ ਡੈਮ ਪਰਿਯੋਜਨਾ ਹੈਗਾ ਇਹ ਵੀ ਰਾਵੀ ਨਦੀ ਦੇ ਉੱਪਰ ਪੰਜਾਬ ਦੇ ਵਿੱਚ ਹੈ। ਸਤਲੁਜ ਪਰਿਯੋਜਨਾ ਜੰਮੂ ਕਸ਼ਮੀਰ ਦੇ ਵਿੱਚ। ਪਨਾਮਾ ਪਰਿਯੋਜਨਾ ਗੁਜਰਾਤ ਦੇ ਵਿੱਚ। ਨਰਮਦਾ ਸਾਗਰ ਪਰਿਯੋਜਨਾ ਹੈਗੀ ਹੈ ਮੱਧ ਪ੍ਰਦੇਸ਼ ਵਿੱਚ। ਸਰਦਾਰ ਸਰੋਵਰ ਪਰਿਯੋਜਨਾ ਹੈਗੀ ਹੈ ਮੱਧ ਪ੍ਰਦੇਸ਼ ਵਿੱਚ। ਰਾਣਾ ਪ੍ਰਤਾਪ ਸਿੰਘ ਸਾਗਰ ਇਹ ਚੰਬਲ ਰਾਜਸਥਾਨ ਦੇ ਵਿੱਚ। ਜਵਾਹਰ ਸਾਗਰ ਪਰਿਯੋਜਨਾ ਹੈਗੀ ਹੈ ਚੰਬਲ ਰਾਜਸਥਾਨ ਦੇ ਵਿੱਚ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਹੋਰ ਹੈਗਾ ਪੌਂਗ ਡੈਮ ਪੰਜਾਬ ਦੇ ਵਿੱਚ। ਅਤੇ ਥਿਨ ਡੈਮ ਇਹ ਵੀ ਰਾਵੀ ਨਦੀ ਦੇ ਉੱਪਰ ਹੈ ਪੰਜਾਬ ਦੇ ਵਿੱਚ ਹੀ। ਦੱਖਣੀ ਭਾਰਤ ਵਿੱਚ ਸਭ ਤੋਂ ਵੱਧ ਚਾਹ ਪੈਦਾ ਕਰਨ ਵਾਲਾ ਕਿਹੜਾ ਰਾਜ ਹੈ? ਇਸ ਦਾ ਤਾਮਿਲਨਾਡੂ ਹੈ। ਸਭ ਤੋਂ ਜ਼ਿਆਦਾ ਪੈਦਾਵਾਰ ਅਸਮ ਕਰਦਾ ਹੈਗਾ। ਚਾਹ ਉਤਪਾਦਨ ਵਿੱਚ ਭਾਰਤ ਦੁਨੀਆ ਦਾ ਪਹਿਲੇ ਸਥਾਨ 'ਤੇ ਆਉਂਦਾ ਹੈਗਾ। ਭਾਰਤ ਦੁਨੀਆ ਦੇ ਸਭ ਤੋਂ ਵੱਡਾ ਚਾਹ ਨਿਰਯਾਤਾ ਵੀ ਹੈਗਾ। ਜੋ ਸਭ ਤੋਂ ਵੱਧ ਚਾਹ ਕਿਹਨੂੰ? ਇੰਗਲੈਂਡ ਨੂੰ ਨਿਰਯਾਤ ਕਰਦਾ ਹੈਗਾ। ਅਤੇ ਸ਼੍ਰੀਲੰਕਾ ਉਤਪਾਦਨ ਦੇ ਖੇਤਰ ਵਿੱਚ ਪ੍ਰਤੀ ਹੈਕਟਰ ਦੇ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੈਗਾ। ਭਾਰਤ ਵਿੱਚ ਆਪਰੇਸ਼ਨ ਫਲੱਡ ਦੀ ਸ਼ੁਰੂਆਤ ਕਦੋਂ ਕੀਤੀ ਗਈ ਹੈ? 1970 ਦੇ ਵਿੱਚ ਹੀ। ਆਪਰੇਸ਼ਨ ਫਲੱਡ ਦਾ ਹੈਗਾ ਸਫੇਦ ਕ੍ਰਾਂਤੀ ਦੁੱਧ ਉਤਪਾਦਕ ਦੇ ਨਾਲ। ਮੰਗਲਾ ਨਾਮਕ ਤੇਲ ਖੂਹ ਕਿਹੜੇ ਪ੍ਰਦੇਸ਼ ਦੇ ਵਿੱਚ ਪਾਏ ਜਾਂਦੇ ਹਨ? ਇਹ ਹੈ ਰਾਜਸਥਾਨ ਦੇ ਵਿੱਚ ਹੀ। ਉਸ ਤੋਂ ਬਾਅਦ ਭਾਰਤ ਦੀ ਇੱਕੋ ਇੱਕ ਮੁਕਤ ਵਪਾਰ ਬੰਦਰਗਾਹ ਕਿਹੜੀ ਹੈ ਜੀ? ਉਹ ਹੈ ਕਾਂਡਲਾ। ਕਾਂਡਲਾ ਬੰਦਰਗਾਹ ਗੁਜਰਾਤ ਵਿੱਚ ਅਰਬ ਸਾਗਰ ਦੇ ਕੰਢੇ 'ਤੇ ਸਥਿਤ ਹੈ। ਇਸ ਨੂੰ ਜਵਾਰੀਜ਼ ਬੰਦਰਗਾਹ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਮਿਲਾਨ ਚਿੰਨ੍ਹ ਹੈਗੇ ਆਪਾਂ ਕਰ ਲੈਂਦੇ ਹਾਂ। ਐਪੀਕਲਚਰ ਇਹ ਕਿਸ ਦੇ ਨਾਲ ਸੰਬੰਧਿਤ ਹੈ? ਇਸ ਦਾ ਆਨਸਰ ਹੈਗਾ ਜੀ ਸ਼ਹਿਦ ਮੱਖੀਆਂ ਦੇ ਨਾਲ। ਅਤੇ ਸੈਰੀਕਲਚਰ ਹੈਗਾ ਇਸ ਦਾ ਆਨਸਰ ਹੈਗਾ ਰੇਸ਼ਮ ਦੀ ਖੇਤੀ। ਪੀਸੀਕਲਚਰ ਹੈਗਾ ਮੱਛੀ। ਅਤੇ ਵੇਟੀਕਲਚਰ ਹੈਗਾ ਅੰਗੂਰਾਂ ਦੀ ਖੇਤੀ ਦੇ ਨਾਲ। ਉਸ ਤੋਂ ਬਾਅਦ ਥੱਲੇ ਕੁਛ ਇੰਪੋਰਟੈਂਟ ਦੱਸਿਆ ਹੋਇਆ ਹੈਗਾ ਇੰਪੋਰਟੈਂਟ ਗੱਲਾਂ। ਹਾਰਟੀਕਲਚਰ ਫੁੱਲਾਂ ਦੀ ਅਤੇ ਫਲਾਂ ਦੀ ਖੇਤੀ। ਮੋਰੀਕਲਚਰ ਹੈਗਾ ਰੇਸ਼ਮ ਦੀ ਖੇਤੀ। ਵਰਮੀਕਲਚਰ ਹੈਗਾ ਕੇਚੂਆ ਪਾਲਣ। ਓਲੈਰੀਕਲਚਰ ਹੈਗਾ ਜ਼ਮੀਨ ਫੈਲਣ ਵਾਲੀ ਸਬਜ਼ੀਆਂ ਦੀ ਖੇਤੀ ਸੰਬੰਧੀ। ਫਲੋਰੀਕਲਚਰ ਹੈਗਾ ਫੁੱਲਾਂ ਦੀ ਖੇਤੀ ਬਾਰੇ। ਅਤੇ ਓਬਰੀਕਲਚਰ ਹੈਗਾ ਰੁੱਖਾਂ ਦੀ ਝਾੜੀਆਂ ਦੀ ਖੇਤੀ ਕਰਨ ਦੇ ਬਾਰੇ ਹੈਗਾ। ਮਹਾਤਮਾ ਬੁੱਧ ਦੇ ਧਾਰਮਿਕ ਵਿਚਾਰ ਅਤੇ ਵਚਨ ਕਿਹੜੇ ਗ੍ਰੰਥ ਦੇ ਵਿੱਚ ਦਰਜ ਕੀਤਾ ਗਿਆ ਹੈਗਾ? ਇਸ ਦਾ ਆਨਸਰ ਹੈਗਾ ਜੀ ਸੁੱਤ ਪਿਟਕ। ਅਤੇ ਦੋਨਾਂ ਸਦਨਾਂ ਦੇ ਸੰਯੁਕਤ ਅਧਿਵੇਸ਼ਨ ਦੀ ਬੈਠਕ ਕਿਹੜੇ ਅਨੁਛੇਦ ਰਾਹੀਂ ਬੁਲਾਈ ਜਾਂਦੀ ਹੈ? 108 ਦੇ ਅੰਡਰ। ਕਿਸੇ ਵੀ ਵਿਵਾਦ ਦੀ ਸੰਯੁਕਤ ਬੈਠਕ ਬੁਲਾਈ ਜਾਂਦੀ ਹੈ ਉਹ ਹੈ ਰਾਸ਼ਟਰਪਤੀ ਦੁਆਰਾ ਬੁਲਾਈ ਜਾਂਦੀ ਹੈ। ਅੱਜ ਤੱਕ 3 ਬੈਠਕਾਂ ਹੋ ਚੁੱਕੀਆਂ ਹੈਗੀਆਂ 1996, 1998 ਅਤੇ 2002 ਦੇ ਵਿੱਚ। ਜੇ ਕਿਸੇ ਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਕਰਨਾ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਤੱਕ ਹੋਰ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਤੁਸੀਂ ਸ਼ੇਅਰ ਵੀ ਕਰ ਸਕਦੇ ਹੈਗੇ ਹੋ। ਧੰਨਵਾਦ ਜੀ।